ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਮੈਂ ਤੁਹਾਨੂੰ ਤਾਂ ਵੈਲਕਮ ਆਖ ਲਿਆ, ਪਰ ਮੈਂ ਦੇ ਜਾਣਾ ਜੇ ਅਸਤੀਫਾ ਔਖਾ ਬੜਾ ਜੇ ਮੈਂ, ਪਰ ਮੈਨੂੰ ਮਨਾਉਣ ਨਾ ਆਇਓ। ਨਾ 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 ਰੰਧਾਵਾ ਜੀ, ਏਦਾਂ ਨਾ ਕਰੋ। ਅੱਗੇ ਹੀ ਸਤੀਫੀਆਂ ਦਾ ਬੜਾ ਰੋਲਾ ਹੈ। ਦੱਸੋ ਗੱਲ ਕੀ ਹੈ, ਬਹਿ ਕੇ ਨਿਬੇੜ ਲੈਣੇ। ਨਿਬੇੜਨੀ ਕੀ ਹੈ ਜੀ? ਆਹ ਸਾਰਾ ਆਵਾ ਹੀ ਉੱਤਿਆ ਪਿਆ। ਜੇ ਸੱਚੀਓ ਮੈਂ ਤੁਹਾਨੂੰ ਗੱਲ ਦੱਸਾਂ ਨਾ, ਮੈਨੂੰ ਤਾਂ ਸ਼ਰਮ ਜੀ ਆਈ ਜਾਂਦੀ ਦੱਸਣ ਲੱਗਿਆ। ਆ ਜਿਹੜੇ 18 ਨਿਕਾਤੀ ਪ੍ਰੋਗਰਾਮ ਦਾ ਅਸੀਂ ਰੌਲਾ ਪਾਉਂਦੇ ਰਹੇ, ਜਿਹਨੇ ਕੈਪਟਨ ਅਮਰਿੰਦਰ ਸਿੰਘ ਜੜੋਂ ਹੀ ਪੁੱਟ ਤੇ, ਉਹ 18 ਨਿਕਾਤੀ ਪ੍ਰੋਗਰਾਮ ਦੇ ਵਿੱਚ ਜਦੋਂ ਮੈਂ ਆ ਦੇਖੀਆਂ ਨੇ ਮੱਦਾਂ, ਮੈਨੂੰ ਤਾਂ ਇੰਜ ਲੱਗਿਆ ਅਸੀਂ ਸਾਰੇ ਦੇ ਸਾਰੇ ਹਵਾ 'ਚ ਘੋੜੇ ਭਜਾਈ ਫਿਰਦੇ ਰਹੇ। ਆਖੇ ਉਹਦੇ 'ਚ ਤਾਂ ਨਸ਼ਿਆਂ ਦਾ ਮੁੱਦਾ ਹੀ ਹੈ ਨਹੀਂ। ਜਦੋਂ ਮੈਂ ਦੇਖਦਾ 17ਵੇਂ ਨੰਬਰ ਤੇ ਪਤਾ ਕੀ ਲਿਖਿਆ? 17ਵੇਂ ਨੰਬਰ ਤੇ ਲਿਖਿਆ ਹੈ ਕਿ ਜਿਹੜੇ ਬਿਊਰੋਕਰੇਟ ਤੇ ਅਫਸਰ ਅਕਾਲੀਆਂ ਦੇ ਸਮੇਂ ਇੰਪੋਰਟੈਂਟ ਪੋਸਟਾਂ ਤੇ ਰਹੇ ਨੇ, ਉਹਨਾਂ ਨੂੰ ਤੁਰੰਤ ਰਿਲੀਵ ਕਰੋ। ਤੇ ਪਤਾ ਜੇ ਹੁਣ ਹੁਸਨ ਲਾਲ ਜੀ ਤੋਂ ਇਲਾਵਾ ਬਹੁਤ ਗਿਣਤੀ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਉਹੀ ਅਫਸਰ ਆ। ਜਦੋਂ ਮੈਂ ਪੁਰਾਣੀਆਂ ਪੋਸਟਾਂ ਦੇਖਦਾ ਹੈ ਬਾਦਲ ਕਿਆਂ ਦੇ ਵੇੜਿਆਂ ਦੀਆਂ, ਉਹ ਲਗਭਗ ਉਹੀ ਤਰ੍ਹਾਂ ਦੇ ਤੌਰ ਤਰੀਕੇ। ਮੈਂ ਜਦੋਂ ਮੁੜ ਕੇ ਲਿਸਟ ਨੂੰ ਦੇਖਿਆ, ਮੇਰੇ ਫਿਰ ਤੌਰ ਘੁੰਮ ਗਏ। ਤੁਸੀਂ 200 ਯੂਨਿਟ ਬਿਜਲੀ ਮਾਫ ਕਰਨੀ ਸੀ, ਉੱਤੇ ਵੀ ਪੂਣੀ ਨਹੀਂ ਕੱਤੀ ਗਈ। ਫਿਰ ਕੈਪਟਨ ਅਮਰਿੰਦਰ ਸਿੰਘ ਹੀ ਲਾਉਣੇ ਸੀ। ਆ ਸੈਂਡ ਦੇ ਮਾਮਲੇ 'ਚ ਵੀ ਕਿਹਾ ਗਿਆ ਸੀ ਸਾਰੇ ਟੈਕਸ ਦੂਰ ਕਰ ਦਿਓ। ਬਿਜਲੀ ਸਮਝੌਤਿਆਂ ਤੇ ਕਿਹਾ ਗਿਆ ਸੀ ਕਿ ਜਿਹੜੇ ਫਾਲਟੀ ਨੇ ਉਹ ਜਿਹੜੇ ਬਾਦਲ ਕਿਆਂ ਦੇ ਵੇਲੇ ਹੋਏ ਨੇ, ਸਾਫ਼ ਲਿਖਿਆ ਹੋਇਆ, ਆਖੇ ਉਹ ਸਾਰੇ ਰੱਦ ਕਰ ਦਿਓ। ਬੱਸਾਂ ਦੇ ਰੂਟ ਕੈਂਸਲ ਕਰ ਦਿਓ। ਆ ਜਿਹੜੇ ਅਕਾਲੀਆਂ ਦੀਆਂ ਨਜਾਇਜ਼ ਨੇ, ਤਾਂ ਹੁਣ ਜਾਇਜ਼ ਤੇ ਨਜਾਇਜ਼ ਦਾ ਕੋਈ ਫਰਕ ਹੀ ਨਹੀਂਗਾ। ਲੇਕਿਨ ਜਿਹੜਾ ਕਾਗਜ਼ ਮੇਰੇ ਕੋਲ ਆ, ਮੈਂ ਤਾਂ ਸਿਰ ਫੜ ਕੇ ਬੈਠਾ ਸੀ। ਮੈਂ ਕਿਹਾ ਯਾਰ ਮੀਡੀਆ ਐਵੇਂ ਹੀ ਸ਼ੋਰ ਪਾਈ ਜਾਂਦਾ ਸੀ ਵੀ ਆ ਵੀ ਆ ਜੀ, ਆ ਵੀ ਆ ਜੀ। ਅਸਲ ਦੇ ਵਿੱਚ ਤਾਂ ਗੱਲ ਉੱਥੇ ਹੀ ਆ। ਲੇਕਿਨ ਇੱਕ ਹੋਰ ਗੱਲ ਜਿਹੜੀ ਮੈਂ ਛੇੜਦੇ ਆ ਕਿ ਮੈਨੂੰ ਲੱਗਦਾ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਦਾਅ ਤੇ ਨੇ। ਆ ਇੱਕ ਕਨਸੋਜ ਹੀ ਆਈ ਜਾਂਦੀ ਸੀ, ਕਹਿੰਦੇ ਚੁੱਪ ਚਪੀਤੇ ਕਿਤੇ ਸਿੱਧੂ ਨਾਲ ਵੀ ਹੱਥ ਮਿਲਾਉਣ ਨਾ ਚੱਲ ਜਾਣ ਜਾਂ ਹਾਲ ਪੁੱਛਣ ਨਾ ਚੱਲ ਜਾਣ, ਤਰਥੱਲੀ ਮਚਾਉਣੀ ਆ, ਮਚਾ ਦਿਆਂਗੇ ਜੀ। ਇੰਜ ਦੀ ਕਨਸੋ ਆ। ਮੈਂ ਇਹਨੂੰ ਦਾਅਵੇ ਨਾਲ ਨਹੀਂ ਕਹਿੰਦਾ ਕਿ ਕੁਝ ਸੰਭਵ ਆ, ਲੇਕਿਨ ਸੁਣਿਆ ਕਿ ਅੰਦਰਲੇ ਗਰੁੱਪਾਂ 'ਚ ਬਹੁਤਿਆਂ ਨੇ ਕਿਹਾ ਸੀ ਕਿ ਸਿੱਧੂ ਸਾਹਿਬ ਦਾ ਅਸਤੀਫਾ ਪ੍ਰਵਾਨ ਕਰਕੇ ਪਾਸੇ ਮਾਰੋ। ਕਿਹੜੀ ਗੱਲ ਆ ਜੀ, ਰੋਜ਼ ਦਾ ਜੱਬ ਮਕਾਈਏ। ਖੈਰ, ਸਿਆਸਤ ਬਹੁਤ ਤੇਜ਼ੀ ਨਾਲ ਬਦਲਦੀ ਹੈ। ਜਿੰਨੀ ਤੇਜ਼ੀ ਨਾਲ ਤੁਸੀਂ ਨਾ ਜੀ ਸਟੂਡੀਓ 'ਚ ਕੱਪੜੇ ਨਹੀਂ ਬਦਲਦੇ, ਜਿੰਨੀ ਛੇਤੀ ਸਿਆਸਤ ਬਦਲਦੀ ਆ। ਭਾਸਕਰ ਸਾਹਿਬ, ਮੈਨੂੰ ਦੁਬਾਰਾ ਦੱਸਿਓ, ਯਾਰ 18 ਨਿਕਾਤੀ ਪ੍ਰੋਗਰਾਮ ਨੇ ਇੰਨੀ ਅੱਤ ਚੱਕ ਛੜੀ, ਮੁੱਖ ਮੰਤਰੀ ਚੱਕ ਦਿੱਤੇ, ਨਵੇਂ ਮੁੱਖ ਮੰਤਰੀ ਆ ਗਏ ਤੇ 31 ਤਾਂ ਪੂਣੀ ਨਾ ਗਈ, ਤੇ ਹੁਣ ਮੈਂ ਅਸਤੀਫਾ ਨਾ ਦਿਆਂ ਤੇ ਹੋਰ ਕੀ ਦਿਆਂ? ਇਹਦਾ ਮਤਲਬ ਅਸੀਂ ਵੀ ਐਵੇਂ ਹਵਾ 'ਚ ਘੋੜੇ ਭਜਾਈ ਫਿਰਦੇ ਰਹੇ, ਅੰਦਰੋਂ ਤਾਂ ਕੁਝ ਹੋਰ ਹੀ ਨਿਕਲੀ ਆਉਂਦਾ। ਇਹਦਾ ਮਤਲਬ ਕੈਪਟਨ ਨੂੰ ਲਾਉਣ ਆ ਪ੍ਰੀ ਪਲਾਨਡ ਸੀ, ਹੋਰ ਕੱਖ ਨਹੀਂ ਸੀ ਹੋਣਾ। ਪਹਿਲੇ ਤੇ ਰੰਧਾਵਾ ਜੀ, ਜਿਹੜਾ ਤੁਸੀਂ ਅਸਤੀਫਾ ਲਿਖਿਆ ਉਹਨੂੰ ਪਾੜ ਕੇ ਸੁੱਟ ਦਿਓ। ਹੁਣ ਗੱਲ ਕਰੀਏ 18 ਨੁਕਾਤੀ ਪ੍ਰੋਗਰਾਮ ਦੀ। 18 ਨੁਕਾਤੀ ਪ੍ਰੋਗਰਾਮ ਜਦ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਸੀ, ਔਰ ਅਸੀਂ ਕਈ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਕਿ ਕੈਪਟਨ ਸਾਹਿਬ ਦੇ ਬਸਤੇ ਦੇ ਵਿੱਚ 18 ਨੁਕਾਤੀ ਪਰਚਾ ਪਾ ਕੇ ਭੇਜਿਆ ਸੀਗਾ ਉਹਨਾਂ ਨੇ ਵੀ ਪਹਿਲੇ ਇਹਦੇ ਤੇ ਹੋਮਵਰਕ ਕਰੋ ਤੇ ਇਹਨਾਂ ਨੂੰ ਨਿਪਟਾਓ। ਉਹਦੇ ਵਿੱਚ ਬਾਰ-ਬਾਰ ਡਰੱਗ ਦੇ ਮੁੱਦੇ ਦਾ ਵੀ ਜ਼ਿਕਰ ਆਉਂਦਾ ਸੀਗਾ। ਅੱਜ ਜਦ ਸਾਨੂੰ ਓਰੀਜਨਲ ਕੁਐਸਚਨ ਪੇਪਰ ਮਿਲਿਆ, ਉਹਦੇ ਵਿੱਚ ਤੇ ਉਹ ਸਵਾਲ ਹੀ ਨਹੀਂ ਹੈਗਾ। ਹਾਲਾਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ 5 ਨੁਕਾਤੀ ਪ੍ਰੋਗਰਾਮ ਦੇ ਉੱਤੇ ਕੰਮ ਕਰਨ ਦੀ ਗੱਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਕਹੀ ਸੀ, ਉਹਦੇ ਵਿੱਚ ਦੂਜੇ ਤੀਜੇ ਨੰਬਰ ਤੇ ਹੀ ਡਰੱਗ ਦਾ ਇਸ਼ੂ ਦਾ ਸੀਗਾ। ਔਰ ਡਰੱਗ ਦੇ ਇਸ਼ੂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਬਾਰ-ਬਾਰ ਹਾਈ ਕਮਾਨ ਨੇ ਵੀ ਔਰ ਐਮਐਲਏ ਨੇ ਵੀ ਕਈ ਵਾਰ ਘੇਰਿਆ ਸੀਗਾ। ਉਹ ਜਿਹੜੇ ਬੰਦ ਲਿਫਾਫਿਆਂ ਦੀ ਗੱਲ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਈ ਵਾਰ ਕਰਦੇ ਹਾਂ, ਔਰ ਜਿਹਦੀ ਹੁਣ 13 ਅਕਤੂਬਰ ਨੂੰ ਅਗਲੀ ਡੇਟ ਹੈਗੀ ਹੈ, 2 ਦਿਨ ਬਾਅਦ ਉਹਦੀ ਡੇਟ ਪਏਗੀ ਹੈ, ਉਹਦੇ ਬਾਰੇ 'ਚ ਵੀ ਕੋਈ ਜ਼ਿਕਰ ਨਾ ਹੋਣਾ। ਔਰ ਅੰਦਰ ਖਾਤੇ ਇਹ ਵੀ ਪਤਾ ਲੱਗਿਆ ਕਿ ਹਾਈ ਕਮਾਨ ਵੀ ਬਹੁਤੀ ਇੰਟਰਸਟਿਡ ਨਹੀਂ ਹੈਗੀ ਇਸ ਡਰੱਗ ਦੇ ਮੁੱਦੇ ਨੂੰ ਹੱਲ ਕਰਨ ਵਾਸਤੇ। ਆਹ ਤੇ ਕੁਝ ਹੋਰ ਹੀ ਨਿਕਲਿਆ। ਹੁਣ ਗੱਲ ਕਰੀਏ ਜਿਹੜੇ 70ਵੇਂ ਨੰਬਰ ਪੁਆਇੰਟ ਦੀ ਗੱਲ ਹੈਗੀ ਹੈ, ਜਿਹੜਾ ਹੁਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਜਿਹੜਾ ਪਰਚਾ ਦਿੱਤਾ ਸੀਗਾ, ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਬਾਦਲ ਕਿਆਂ ਦੇ ਜਿਹੜੇ ਖਾਸ ਅਫਸਰ ਹੈਗੇ ਨੇ ਉਹਨਾਂ ਤੋਂ ਦੂਰੀ ਬਣਾਓ, ਉਹਨਾਂ ਨੂੰ ਆਪਣੇ ਨੇੜਲੇ ਅਫਸਰਾਂ ਦੀ ਪੋਸਟ ਦੇ ਉੱਤੇ ਨਾ ਲਾਓ। ਪਰ 2017 ਦੇ ਵਿੱਚ ਜਦ ਸਰਕਾਰ ਬਣੀ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਹਿਲੀ ਐਸਐਸਪੀ ਦੀ ਤੇ ਡੀਸੀਆਂ ਦੀ ਤੇ ਹੋਰ ਵੱਡੇ ਅਫਸਰਾਂ ਦੀ ਲਿਸਟ ਆਈ ਸੀ। ਉਹਦੇ ਵਿੱਚ 90% ਅਫਸਰ ਉਹ ਸੀਗੇ ਜਿਹੜੇ ਬਾਦਲ ਕਿਆਂ ਦੇ ਬਹੁਤ ਕਲੋਜ਼ ਸੀਗੇ। ਔਰ ਅਫਸਰਾਂ ਦੇ ਵਿੱਚ ਬੜਾ ਇੱਕ ਕੰਪਲੇਨਿੰਗ ਐਟੀਟਿਊਡ ਵੀ ਸੀਗਾ। ਦੇਖੋ ਜੀ, ਫੇਰ ਉਹੀ ਪੁਲਿਸ ਕਮਿਸ਼ਨਰ,
ਫਿਰ ਉਹੀ ਐਸਐਸਪੀ, ਔਰ ਸਭ ਤੋਂ ਜ਼ਿਆਦਾ ਕਲੋਜ਼ ਪੂਰੇ ਬਾਦਲਕਿਆਂ ਦੇ ਟਾਈਮ ਵਿੱਚ ਉਹ ਅਫਸਰ ਲਾਏ ਗਏ ਜਿਹੜੇ ਉਹਨਾਂ ਦੇ ਬਹੁਤ ਕਲੋਜ਼ ਹੁੰਦੇ ਸੀਗੇ, ਔਰ ਉਹਨਾਂ ਨੂੰ ਕੀ ਪੋਰਟਫੋਲੀਓ ਕਹਿ ਲਓ ਜਾਂ ਜਿਹੜੀ ਸੀਟ ਸੀਗੀ ਮਲਾਈਦਾਰ ਸੀਟਾਂ ਵੀ ਦਿੱਤੀ ਗਈ। ਉਹ ਕੈਪਟਨ ਸਾਹਿਬ ਨੂੰ 4.5 ਸਾਲ ਬਾਅਦ ਇਹ ਪ੍ਰੋਗਰਾਮ ਦਿੱਤਾ ਸੀਗਾ, ਪਰ ਉਹਦੇ ਉੱਤੇ ਵੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ। ਚਲੋ ਹੁਣ ਚੰਨੀ ਸਾਹਿਬ ਆਏ, ਚੰਨੀ ਸਾਹਿਬ ਦੇ ਆਉਣ ਤੋਂ ਬਾਅਦ ਤੁਸੀਂ ਨਾਂ ਲਿਆ ਹੁਸਨ ਲਾਲ ਜੀ ਦਾ, ਠੀਕ ਹੈ, ਉਹ ਅਫਸਰ ਇਮਾਨਦਾਰ ਮੰਨੇ ਜਾਂਦੇ ਨੇ, ਔਰ ਇਹ ਗੱਲ ਕਹੀ ਵੀ ਜਾਂਦੀ ਹੈ ਕਿ ਉਹਨਾਂ ਵਰਗਾ ਇਮਾਨਦਾਰ ਅਫਸਰ ਸ਼ਾਇਦ ਬਿਲਕੁਲ ਇੱਕ ਫਿੱਟ ਹੈਗੇ ਆ ਜਿਸ ਪੋਸਟ ਤੇ ਉਹਨਾਂ ਨੂੰ ਲਾਇਆ ਗਿਆ। ਪਰ ਬਾਕੀ ਅਫਸਰਾਂ ਦੀ ਗੱਲ ਕਰੋਗੇ ਤੇ ਉਹ ਕਿਸੇ ਨਾ ਕਿਸੇ ਟਾਈਮ ਬਾਦਲਕਿਆਂ ਦੇ ਬਹੁਤ ਕਲੋਜ਼ ਰਹੇ ਨੇ, ਭਾਵੇਂ ਉਹ ਅਨੁਪਮ ਤਿਵਾਰੀ ਹੋਣ ਜਾਂ ਹੋਰ ਇਦਾਂ ਦੇ ਕਈ ਅਫਸਰ ਤੁਸੀਂ ਨਾਂ ਲਓ। ਹਰ ਅਫਸਰ ਕਿਸੇ ਨਾ ਕਿਸੇ ਜਗ੍ਹਾ ਕਿਸੇ ਨਾ ਕਿਸੇ ਟਾਈਮ ਬਾਦਲਕਿਆਂ ਦੇ ਬਹੁਤ ਕਲੋਜ਼ ਰਹੇ ਹੋਏ ਨੇ। ਪਰ ਅਗਰ ਇਹਦੇ ਪ੍ਰੋਗਰਾਮ ਦੇ ਵਿੱਚ ਸੀਗਾ, ਹਾਂ, ਇਹਦੇ ਚ ਭਾਸਕਰ ਸਾਹਿਬ ਇੱਕ ਚੀਜ਼ ਸ਼ਾਮਲ ਕਰ ਦਈਏ, ਕਿਉਂਕਿ ਗੱਲ ਇਹ ਹੈ ਕਿ ਅਫਸਰ ਜਿਹੜੀ ਗੱਲ ਹਾਈ ਕਮਾਂਡ 18 ਪ੍ਰੋਗਰਾਮ ਚ 17ਵੇਂ ਏਜੰਡੇ ਤੇ ਰੱਖ ਰਹੀ ਆ, ਅਸੀਂ ਉਹਦੀ ਗੱਲ ਕਰ ਰਹੇ ਹਾਂ। ਅਸੀਂ ਕਿਸੇ ਅਫਸਰ ਦੀ ਇਮਾਨਦਾਰੀ ਨੂੰ ਕਟਹਿਰੇ ਚ ਨਹੀਂ ਲਿਆ ਰਹੇ। ਅਸੀਂ ਇਹ ਨਹੀਂ ਕਹਿ ਰਹੇ ਕਿ ਕੋਈ ਘੱਟ ਇਮਾਨਦਾਰ ਹੈ, ਕੋਈ ਜ਼ਿਆਦਾ ਇਮਾਨਦਾਰ ਹੈ ਜਾਂ ਇਮਾਨਦਾਰ ਨਹੀਂ। ਸਵਾਲ ਤਾਂ ਇਹ ਆ ਕਿ ਜਿਹੜਾ ਸਾਫ਼ ਰੋਡ ਮੈਪ ਦਿੱਤਾ ਗਿਆ ਸੀ, ਉਹ ਰੋਡ ਮੈਪ ਤੇ ਇਹੀ ਸੀ ਕਿ ਜਿਹੜੇ ਬਿਊਰੋਕਰੇਟਸ ਬਾਦਲਾਂ ਦੇ ਨੇੜੇ ਆ ਉਹ ਜਲਦੀ ਪਾਸੇ ਕਰੋ, ਰਿਲੀਵ ਕਰੋ। ਤੇ ਹੁਣ ਮੁੱਖ ਮੰਤਰੀ ਬਦਲ ਤੇ ਇਸੇ ਕਰਕੇ ਵੀ ਨਹੀਂ ਕਰਦੇ। ਇੱਥੇ ਗੱਲ ਆ, ਅਸੀਂ ਕਿਸੇ ਨੂੰ ਵੀ ਕਟਹਿਰੇ 'ਚ ਨਹੀਂ ਖੜਾ ਕਰ ਰਹੇ। ਕੋਈ ਚੰਗਾ ਜਾਂ ਮਾੜਾ ਹੋਣ ਦਾ ਸਰਟੀਫਿਕੇਟ ਅਸੀਂ ਨਹੀਂ ਵੰਡਦੇ ਪਏ, ਲੇਕਿਨ ਅਸੀਂ ਕਹਿ ਰਹੇ ਹਾਂ ਕਿ ਇਹ ਸਭ ਇੱਕ ਕਵਾਇਦ ਸੀ ਸਿਰਫ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਤੇ ਦਿੱਤੇ, ਪਰ ਸਿੱਧੂ ਦੇ ਹੱਥ ਵੀ ਕੱਖ ਨਹੀਂ ਆਇਆ। ਇਹ ਤਾਂ ਉਹੀ ਗੱਲ ਆ ਨਾ, ਤਕਦੀਰ ਦੇ ਸੌਦੇ ਆ। ਚੰਨੀ ਸਾਹਿਬ ਬੱਲੇ ਕਰਾਉਂਦੇ ਫਿਰਦੇ, ਕੀ ਕਹਿੰਦੇ? ਬਿਲਕੁਲ ਇਹ ਤੁਸੀਂ ਇਹ ਦੇਖੋ ਕਿ ਜਦ ਸਰਕਾਰ ਚੇਂਜ ਹੋਈ ਸੀਗੀ, ਇੱਥੇ ਤੱਕ ਕਿ ਡੀਜੀਪੀ ਸੁਰੇਸ਼ ਅਰੋੜਾ ਜਿਹੜੇ ਬਾਦਲਕਿਆਂ ਦੇ ਟਾਈਮ ਸੀਗੇ, ਉਹਨਾਂ ਨੂੰ ਵੀ ਕੰਟੀਨਿਊ ਰੱਖਿਆ। ਹਾਲਾਂਕਿ ਇਹ ਇੱਕ ਕਵਾਇਦ ਹੈਗੀ ਹੈ, ਜਦ ਵੀ ਸਰਕਾਰ ਚੇਂਜ ਹੁੰਦੀ ਹੈ, ਦੂਜੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲੇ ਉਹ ਡੀਜੀਪੀ ਤੇ ਚੀਫ ਸੈਕਟਰੀ ਚੇਂਜ ਕਰਦੇ ਨੇ। ਪਰ ਡੀਜੀਪੀ ਚੇਂਜ ਨਹੀਂ ਹੋਇਆ ਸੀਗਾ। ਤੁਹਾਨੂੰ ਯਾਦ ਹੋਏਗਾ ਸੁਰੇਸ਼ ਅਰੋੜਾ ਉਹਨਾਂ ਬਾਦਲਕਿਆਂ ਦੇ ਟਾਈਮ ਵੀ ਸੀਗੇ, ਔਰ ਉਸ ਤੋਂ ਬਾਅਦ ਸੁਰੇਸ਼ ਅਰੋੜਾ ਉਹਨਾਂ ਕੰਟੀਨਿਊ ਵੀ ਕੀਤੇ ਸੀਗੇ। ਔਰ ਬਹੁਤ ਸਾਰੇ ਅਫਸਰ ਜੋ ਪਾਵਰ ਪਰਚੇਜ਼ ਐਗਰੀਮੈਂਟ ਦੇ ਵਿੱਚ ਸਾਈਨ ਕਰਨ ਦੇ ਵਿੱਚ, ਫਾਈਨਲਾਈਜ਼ ਕਰਨ ਦੇ ਵਿੱਚ ਜਿਨ੍ਹਾਂ ਦਾ ਕੀ ਰੋਲ ਸੀਗਾ, ਉਹ ਵੀ ਇਸ ਸਰਕਾਰ ਦੇ ਵਿੱਚ ਬੜੀ ਇੱਕ ਮਲਾਈਦਾਰ ਪੋਸਟਿੰਗ ਦੇ ਉੱਤੇ ਰਹੇ ਨੇ। ਅੱਜ ਉਹਨਾਂ ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਰਨ ਦੀ ਗੱਲ ਕੀਤੀ ਜਾਂਦੀ ਹੈ, ਪਰ ਉਹਨਾਂ ਅਫਸਰਾਂ ਦਾ ਨਾਂ ਨਹੀਂ ਆਉਂਦਾ ਜਿਹੜੇ ਉਸ ਡਰਾਫਟ ਨੂੰ ਬਣਾਉਣ ਦੇ ਵਿੱਚ ਪੂਰੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਾਲ ਔਰ ਆਪਣਾ ਪੂਰਾ ਕੰਮ ਕੀਤਾ ਸੀਗਾ। ਇੱਕ ਕਲੌਜ਼ ਚੈੱਕ ਕੀਤੇ ਸੀਗੇ, ਵੈਰੀਫਾਈ ਕੀਤੇ ਸੀਗੇ, ਔਰ ਉਸ ਤੋਂ ਬਾਅਦ ਵੈਟ ਕੀਤੇ ਸੀਗੇ। ਇੱਦਾਂ ਦੇ ਹਾਲਾਤ ਅਗਰ 4.5 ਸਾਲ ਬਾਅਦ 18 ਪ੍ਰੋਗਰਾਮ ਦੇ ਵਿੱਚ ਅਗਰ 17ਵੇਂ ਪੁਆਇੰਟ ਦੇ ਵਿੱਚ ਇਹ ਪੁਆਇੰਟ ਹੈਗਾ, ਤੇ ਕਿਸੇ ਨਾ ਕਿਸੇ ਜਗ੍ਹਾ ਜਦ ਐਮਐਲਏ ਮਿਲੇ ਸੀਗੇ, ਖਾਸ ਕਰਕੇ 3 ਜਿਹੜੀ ਮੈਂਬਰੀ ਪੈਨਲ ਸੀਗਾ, ਖੜਗੇ ਸਾਹਿਬ ਦਾ ਔਰ ਅਗਰਵਾਲ ਉਹਨਾਂ ਸੀਗੇ, ਹਰੀਸ਼ ਰਾਵਤ ਉਹਨਾਂ ਸੀਗੇ, ਉਹਨਾਂ ਪੈਨਲ ਦੇ ਵਿੱਚ ਮਿਲਦੇ ਟਾਈਮ ਕਿਹਾ ਜਾਂਦਾ ਹੈ ਕਿ 70 ਤੋਂ ਵੱਧ ਐਮਐਲਏਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਸਟਾਈਲ ਦੇ ਉੱਤੇ ਆਬਜੈਕਸ਼ਨ ਲਾਇਆ ਸੀਗਾ। ਉਹ ਆਬਜੈਕਸ਼ਨ ਡਰੱਗ ਦੇ ਮੁੱਦੇ ਤੇ ਨਹੀਂ ਸੀਗਾ ਕਿ ਉਹ ਜਿਹੜੀ ਸਹੁੰ ਚੱਕੀ ਸੀਗੀ ਬਠਿੰਡੇ 2017 ਤੋਂ ਪਹਿਲੇ ਕਿ 4 ਹਫ਼ਤਿਆਂ ਦੇ ਵਿੱਚ ਅਸੀਂ ਪੰਜਾਬ 'ਚੋਂ ਨਸ਼ਾ ਖਤਮ ਕਰ ਦਾਂਗੇ। ਬਾਅਦ 'ਚੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੱਲ ਕੀਤੀ ਗਈ ਵੀ ਆਪਾਂ ਤੇ ਲੱਕ ਤੋੜਨ ਦੀ ਗੱਲ ਕੀਤੀ ਸੀ, ਤੇ ਨਸ਼ੇ ਦਾ ਲੱਕ ਅਸੀਂ ਤੋੜਤਾ। ਇੰਨੇ ਕੇਸ ਰਜਿਸਟਰ ਹੋਏ ਔਰ ਬੜਾ ਡਾਟਾ ਜਿਹਾ ਦੇ ਕੇ ਹਮੇਸ਼ਾ ਆਪਣੀ ਗੱਲ ਨੂੰ ਪੁਖਤਾ ਤਰੀਕੇ ਨਾਲ ਕਹਿੰਦੇ ਰਹੇ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਜੋ ਕੰਮ ਉਹਨਾਂ ਦੀ ਸਰਕਾਰ ਨੇ ਕੀਤਾ ਉਹ ਕੋਈ ਸਰਕਾਰ ਕਰ ਨਹੀਂ ਸਕਦੀ। ਪਰ ਉਹ ਮੁੱਦੇ ਦਾ 18 ਪ੍ਰੋਗਰਾਮ ਤੋਂ ਗਾਇਬ ਹੋਣਾ, ਉਹ ਕਿਸੇ ਨਾ ਕਿਸੇ ਜਗ੍ਹਾ, ਯਾਰ ਮੈਨੂੰ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੋਏਗਾ ਕਿ ਉਹਨਾਂ 18 ਪ੍ਰੋਗਰਾਮ ਦੇ ਵਿੱਚ ਆਹ ਪੁਆਇੰਟ ਨਹੀਂ ਹੈਗਾ। ਪਰ ਨਹੀਂ ਭਾਸਕਰ ਸਾਹਿਬ, ਇਹ ਸਿੱਧੂ ਸਾਹਿਬ ਨੂੰ ਸਵਾਲ ਕਰੀਏ ਸਿੱਧਾ ਕਿ ਸਿੱਧੂ ਸਾਹਿਬ ਪਤਾ ਸੀ? ਜੇ ਪਤਾ ਸੀ ਤੇ ਚੁੱਪ ਕਿਉਂ ਰਹੇ, ਤੇ ਜੇ ਨਹੀਂ ਸੀ ਪਤਾ ਤੇ ਐਵੇਂ ਹੀ ਲੜਾਈ ਲੜੀ ਕੇ ਫਿਰ ਤੁਸੀਂ ਹੈ ਕਿੱਥੇ ਸੀ ਉਹ ਸੀਨ 'ਚ? ਉਹ ਸਿੱਧੂ ਬਨਾਮ ਕੈਪਟਨ ਲੜਾਈ ਐਵੇਂ ਦਿਖਾਵੇ ਦੀ ਸੀ। ਇਹਦਾ ਮਤਲਬ ਹੈ ਕਿ ਲੜਾਈ ਤਾਂ ਹਾਈ ਕਮਾਂਡ ਬਨਾਮ ਕੈਪਟਨ ਸੀ, ਕੈਪਟਨ ਪਾਸੇ ਕੀਤੇ ਜਾਣੇ ਸੀ। ਜੇ ਮੈਨੂੰ ਤੁਸੀਂ ਆਗਿਆ ਦਿਓ, ਮੈਂ ਕਿਉਂਕਿ ਦੋਸਤ ਇਹ ਨਾ ਸੋਚਣ ਵੀ ਅਸੀਂ ਕੋਈ ਜੱਬਲੀ ਖੇਡਦੇ ਆ, ਇੱਕ 18 ਪ੍ਰੋਗਰਾਮ ਮੇਰੇ ਹੱਥ 'ਚ ਹੈ ਜਿਹਦਾ ਮੈਂ ਜ਼ਿਕਰ ਕਰਦਾ। ਛੋਟੇ ਮੈਂ ਡਿਟੇਲ 'ਚ ਨਹੀਂ ਜਾਊਂਗਾ, ਮੈਂ ਪੁਆਇੰਟ ਦੱਸਦੇ ਆ। ਪਹਿਲੇ ਮਾਮਲੇ 'ਚ ਇਹ ਲਿਖਿਆ ਗਿਆ ਬਰਗਾੜੀ ਇਸ਼ੂ, ਠੀਕ ਹੈ ਜੀ, ਉਹਦੇ ਵਿੱਚ ਜਿਹੜਾ ਅਰਜੈਂਟਲੀ ਐਕਸ਼ਨ ਲੈਣ ਲਈ ਕਿਹਾ ਗਿਆ, ਠੀਕ ਹੈ ਜੀ। ਦੂਜਾ ਹੈਗਾ ਇਲੈਕਟ੍ਰਿਸਿਟੀ ਦਾ, ਜਿਹੜੇ ਮਤਲਬ ਇਲੈਕਟ੍ਰਿਸਿਟੀ ਚਾਰਜਸ ਅਪ ਟੂ 200 ਯੂਨਿਟ ਹੈ ਕੰਜੰਪਸ਼ਨ ਹੈ, ਉਹ ਸਾਰਿਆਂ ਦਾ ਫ੍ਰੀ ਕਰ ਦਿਓ।
ਉਹਦੇ ਅੱਗੇ ਰੇਤੇ ਦਾ ਹੈ। ਉਹ ਕਹਿੰਦੇ ਜੀ ਇਹ ਸਾਰੇ ਟੈਕਸਾਂ ਤੋਂ ਫ੍ਰੀ ਕਰ ਦਿਓ ਰੇਤ ਨੂੰ, ਔਰ ਟਰਾਂਸਪੋਰਟੇਸ਼ਨ ਹੈ ਇਹ ਇਮੀਡੀਏਟ ਕੈਂਸਲੇਸ਼ਨ ਕਿਹਾ ਗਿਆ। ਅਕਾਲੀਆਂ ਦੀਆਂ ਬੱਸਾਂ ਦਾ ਜ਼ਿਕਰ ਆਇਆ ਉਹਦੇ 'ਚ। ਇਹ ਜੇ ਮੈਂ ਗਲਤ ਨਹੀਂ ਤਾਂ ਵੀ ਇਹ ਜਿਹੜੇ ਬੱਸ ਪਰਮਿਟ ਇਹ ਸਿਆਸੀ ਬੰਦਿਆਂ ਨਾਲ ਸੰਬੰਧਿਤ ਨੇ ਦੂਜੀ ਧਿਰ ਦਾ। ਸੋ ਇਹਦੇ 'ਚ ਅੱਗੇ ਪਾਵਰ ਪਰਚੇਜ ਐਗਰੀਮੈਂਟ ਪਾਵਰ ਪ੍ਰੋਜੈਕਟ ਐਗਰੀਮੈਂਟ ਜਿਹੜੇ ਹੈਗੇ ਆ ਉਹ ਜਿਹੜੇ ਉਸ ਰਜੀਮ ਵੇਲੇ ਆ ਪਹਿਲੀ ਸੱਤਾ ਵੇਲੇ ਆਏ ਆ ਉਹਨਾਂ ਨੂੰ ਟਰਮੀਨੇਟ ਕਰਨ ਦੀ ਗੱਲ ਇਹਦੇ 'ਚ ਲਿਖੀ ਹੋਈ ਆ। ਇਹ ਪੁਆਇੰਟ ਤੁਸੀਂ ਨੋਟ ਕਰਿਓ 1 2 3 4 5। 6ਵੇਂ ਨੰਬਰ ਤੇ ਆ ਜਿੰਨੇ ਵੀ ਟੈਂਪਰੇਰੀ EMPLOYEES ਨੇ ਉਹਨਾਂ ਨੂੰ ਤੁਸੀਂ ਰੈਗੂਲਰ ਕਰੋ। ਉਹਦੇ 'ਚ ਅੱਗੇ 7 ਨੰਬਰ ਤੇ ਆ ਕਿ ਜਿੰਨੇ ਸਫਾਈ ਕਰਮਚਾਰੀ ਨੇ, ਜਿੰਨੇ ਵੀ ਸਫਾਈ ਕਰਮਚਾਰੀ ਹੈਗੇ ਆ ਉਹਨਾਂ ਨੂੰ ਪੱਕਿਆਂ ਕਰਨ ਦੀ ਗੱਲ ਹੈਗੀ ਆ। ਅੱਗੇ ਹੈਗੀ ਆ ਜਿਹੜੇ ਸ਼ਡਿਊਲ ਕਾਸਟ ਤੇ ਵੀਕਰ ਸੈਕਸ਼ਨ ਹੈਗੇ ਆ ਉਹਨਾਂ ਦਾ ਲੋਨ ਮਾਫ ਕਰਨ ਦੀ ਗੱਲ ਆ। ਫ੍ਰੀ ਮੈਡੀਕਲ ਅਸਿਸਟੈਂਸ ਦੀ ਗੱਲ ਆ ਜਿਹਦੇ ਚ ਐਕਸ-ਰੇ, ਡਾਇਲਿਸਿਸ, ਸੀਟੀ ਸਕੈਨ, MRI ਔਰ ਐਜੂਕੇਸ਼ਨ ਅਸਿਸਟੈਂਟ ਜਿਹੜੀ ਸਕਾਲਰਸ਼ਿਪ ਹੈਗੀ ਆ ਸ਼ਡਿਊਲ ਕਾਸਟ ਔਰ ਬਾਕੀ ਜਿਹੜੇ ਨੀਡੀ ਹੈਗੇ ਉਹਨਾਂ ਲਈ ਗੱਲ ਕੀਤੀ ਗਈ ਆ। ਤੇ ਜਿਹੜੀ ਨੀਡ ਫॉर ਹਾਇਰ ਰਿਪਰੈਜ਼ੈਂਟੇਸ਼ਨ ਫॉर ਆਫੀਸਰਸ ਬਿਲੋਂਗਿੰਗ ਟੂ ਸ਼ਡਿਊਲ ਕਾਸਟ, ਮਤਲਬ ਜਿਹੜੇ DC ਵਗੈਰਾ ਵੱਡੇ ਅਹੁਦੇ ਆ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਪੋਸਟਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਲਗਾਇਆ ਜਾਵੇ। ਔਰ ਇਹਦੇ ਵਿੱਚ ਅੱਗੇ ਇਸੇ ਤਰੀਕੇ ਨਾਲ ਇਹ ਸਾਰੇ ਦੇ ਸਾਰੇ ਪੁਆਇੰਟ ਆ ਜਿਹਦੇ ਚ ਮੈਨੂੰ ਨਸ਼ਿਆਂ ਵਾਲਾ ਬਿਲਕੁਲ ਨਹੀਂ ਜੇ ਲੱਭ ਰਿਹਾ। ਔਰ 17ਵੇਂ ਨੰਬਰ ਤੇ ਬਿਊਰੋਕ੍ਰੇਸੀ ਦੀ ਗੱਲ ਹੈਗੀ ਜੇ। ਔਰ ਫਿਰ ਜਿਹੜੇ ਅਨਅਥੋਰਾਈਜ਼ਡ ਲੈਂਡ ਆਕੂਪਾਈਡ ਬਾਈ ਸ਼ਡਿਊਲ ਕਾਸਟ ਸ਼ੁੱਡ ਵੀ ਜਿਹੜੀਆਂ ਅੱਜ ਜਿਹੜੀਆਂ ਲਾਲ ਲਕੀਰ ਵਾਲੀਆਂ ਗੱਲਾਂ ਅੱਜ ਹੋਈਆਂ ਨੇ ਇਹ ਲਾਸਟ ਵਿੱਚ 18 ਨੰਬਰ ਤੇ ਹੈਗਾ। ਸੋ ਮੈਂ ਜਿਹੜੀ ਇਹ ਗੱਲ ਕਹਿ ਰਿਹਾ ਕਿ ਉਹਦੇ ਵਿੱਚ ਇੱਕ ਤਾਂ 17 ਨੰਬਰ, ਇੱਕ ਨੰਬਰ 1 ਵਾਲਾ, ਨੰਬਰ 2 3 4, ਲੇਕਿਨ ਉਹਦੇ ਵਿੱਚ ਜਿਹੜਾ ਸਿੱਧੂ ਸਾਹਿਬ ਦਾ ਨੰਬਰ 2 ਜਾਂ 1 ਤੇ ਆਉਂਦਾ ਮਸਲਾ ਉਹ ਵਿੱਚ ਸ਼ਾਮਲ ਹੀ ਨਹੀਂ ਸੀ। ਸੋ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨਾ ਚਾਹ ਰਿਹਾ ਕਿ ਇੱਕ ਮੁੱਖ ਮੰਤਰੀ ਬਦਲ ਗਏ, ਦੂਜੇ ਕੈਬਨਿਟ ਦੀ ਮੇਰੇ ਖਿਆਲ ਚੌਥੀ ਜਾਂ ਪੰਜਵੀਂ ਮੀਟਿੰਗ ਹੋ ਗਈ। ਹੁਣ ਕਿਸ ਦਿਸ਼ਾ 'ਚ ਅੱਗੇ ਵੱਧ ਰਿਹਾ ਇਹ ਸਿਆਸੀ ਘਟਨਾਕ੍ਰਮ ਤੇ ਦ੍ਰਿਸ਼ ਕੀ ਬਣ ਰਿਹਾ? ਰੰਧਾਵਾ ਜੀ, ਜਿੰਨੇ ਵੀ ਤੁਸੀਂ ਪ੍ਰੋਗਰਾਮ ਅਜੇ ਲਿਸਟ ਆਊਟ ਕੀਤੇ ਉਹਦੇ ਵਿੱਚੋਂ ਤਕਰੀਬਨ 3-4 ਪੁਆਇੰਟ ਦੇ ਉੱਤੇ ਤੇ ਕੈਪਟਨ ਅਮਰਿੰਦਰ ਸਿੰਘ ਵੀ ਕੰਮ ਕਰਦੇ ਹੋਏ ਨਜ਼ਰ ਆ ਰਹੇ ਸੀਗੇ। ਉਹ ਜਿੱਥੇ ਨਜ਼ਰ ਨਹੀਂ ਆ ਰਹੇ ਸੀਗੇ ਉਹ ਸੀਗਾ ਡਰੱਗ ਦਾ ਮੁੱਦਾ। ਬੰਦ ਲਿਫਾਫਿਆਂ ਦੀ ਗੱਲ ਜਿੱਦਾਂ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ, ਉਸ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਕਦੀ ਵੀ ਐਕਸ਼ਨ ਵਿੱਚ ਨਜ਼ਰ ਨਹੀਂ ਆਏ। ਬੇਅਦਬੀਆਂ ਦੇ ਮੁੱਦੇ ਤੇ ਉਹਨਾਂ ਨੇ ਇੱਕ ਸਿੱਟ ਬਣਾਤੀ ਸੀਗੀ। ਸਿੱਟ ਬਣਾਉਣ ਤੋਂ ਬਾਅਦ ਜਿਹੜੇ ਹਾਈ ਕੋਰਟ ਨੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਰਿਪੋਰਟ ਨੂੰ ਖਾਰਿਜ ਕੀਤਾ ਸੀ, ਉਹਦੇ ਅਗੇਂਸਟ ਸੁਪਰੀਮ ਕੋਰਟ ਤੇ ਜਾਣ ਦੀ ਵੀ ਗੱਲ ਉਹਨਾਂ ਨੇ ਕਰਤੀ ਸੀਗੀ। ਯਾਨੀ ਬਾਕੀ ਮੁੱਦਿਆਂ ਦੇ ਉੱਤੇ ਤੇ ਉਹ ਕੰਮ ਕਰਦੇ ਨਜ਼ਰ ਆ ਰਹੇ ਸੀਗੇ ਔਰ ਉਹਨਾਂ ਮੁੱਦਿਆਂ ਦੇ ਉੱਤੇ ਕੰਮ ਨਾ ਕਰਨ ਵਾਸਤੇ ਉਹਨਾਂ ਨੂੰ ਅਨਸੈਰੇਮੋਨੀਅਸਲੀ ਹਟਾ ਦਿੱਤਾ ਗਿਆ। ਚੰਨੀ ਸਰਕਾਰ ਆਂਦੀ ਹੈ, ਚੰਨੀ ਸਰਕਾਰ ਨੂੰ ਤਕਰੀਬਨ 15 ਦਿਨ ਤੋਂ ਵੱਧ ਸਰਕਾਰ ਬਣੇ ਹੋ ਗਏ। ਅੱਜ ਤੱਕ ਇਸ 18 ਨੁਕਾਤੀ ਪ੍ਰੋਗਰਾਮ ਦੇ ਉੱਤੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ। ਔਰ ਉਹ ਅਫਸਰ ਜਿਹੜੇ ਬਾਦਲਕਿਆਂ ਦੇ ਖਾਤੇ 'ਚ ਬੋਲਦੇ ਸੀਗੇ ਉਹ ਅੱਜ ਵੀ ਪ੍ਰਾਈਮ ਪੋਸਟ ਤੇ ਲੱਗੇ ਹੋਏ ਨੇ। ਔਰ ਬਾਕੀ ਜਿਹੜਾ ਬਿਜਲੀ ਮਾਫ ਕਰਨ ਦਾ ਮੁੱਦਾ ਸੀਗਾ, ਅੱਜ ਵੀ ਕੈਬਨਿਟ ਮੀਟਿੰਗ ਹੋਈ ਹੈ। ਇਸ ਕੈਬਨਿਟ ਮੀਟਿੰਗ ਦੇ ਵਿੱਚ ਉਮੀਦ ਸੀਗੀ, ਕਿਉਂਕਿ ਜਦ ਪਹਿਲੀ ਕੈਬਨਿਟ ਮੀਟਿੰਗ ਹੋਈ ਸੀ ਰਾਤੀ 8 ਵਜੇ, ਤੁਹਾਨੂੰ ਯਾਦ ਹੋਏਗਾ, ਬੁਲਾਈ ਗਈ ਸੀ। ਉਸ ਟਾਈਮ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਦਾਅਵਾ ਕੀਤਾ ਸੀ ਵੀ ਅੱਜ ਜਿਹੜੇ ਉਹ 5 ਨੁਕਾਤੀ ਪ੍ਰੋਗਰਾਮ ਹੈਗੇ ਆ, ਜਿਹੜੀ ਚਿੱਠੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੇ MLA ਨੇ ਲਿਖ ਕੇ ਦਿੱਤੀ ਸੀਗੀ, ਉਹਨਾਂ ਮੁੱਦਿਆਂ ਤੇ ਪਹਿਲੀ ਕੈਬਨਿਟ ਦੇ ਵਿੱਚ ਹੀ ਫੈਸਲਾ ਹੋ ਜਾਏਗਾ। ਪਰ 11 ਵਜੇ 11:30 ਵਜੇ ਜਦ ਕੈਬਨਿਟ ਮੀਟਿੰਗ ਖਤਮ ਹੁੰਦੀ ਹੈ, ਉਹ ਕਹਿੰਦੇ ਹਫ਼ਤੇ ਬਾਅਦ ਦੁਬਾਰਾ ਕੈਬਨਿਟ ਮੀਟਿੰਗ ਬੁਲਾਈ ਗਈ ਹੈ। ਅਫਸਰਾਂ ਨੂੰ ਇਹ ਗੱਲ ਕਹੀ ਗਈ ਹੈ ਤਿਆਰ ਹੋ ਕੇ ਆਓ, ਇਹਨਾਂ ਮੁੱਦਿਆਂ ਦਾ ਹੱਲ ਅਸੀਂ ਅਗਲੇ ਹਫ਼ਤੇ ਹੀ ਕਰਨੇ ਆ। ਉਸ ਤੋਂ ਬਾਅਦ ਘੱਟ ਤੋਂ ਘੱਟ 3 ਕੈਬਨਿਟ ਮੀਟਿੰਗ ਹੋ ਚੁੱਕੀਆਂ। 3 ਕੈਬਨਿਟ ਮੀਟਿੰਗ ਦੇ ਵਿੱਚ ਉਹਨਾਂ 18 ਨੁਕਾਤੀ ਪ੍ਰੋਗਰਾਮ ਦਾ ਕੋਈ ਜ਼ਿਕਰ ਹੀ ਨਹੀਂ ਹੈਗਾ। ਇਹਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਜਾਣਾ ਸਿਰਫ ਇੱਕ ਬਹਾਨਾ ਸੀਗਾ, ਹਾਈ ਕਮਾਨ ਦਾ ਹੋਮਾ ਸੀਗਾ। ਹਾਈ ਕਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਦਿਖਾਉਣਾ ਚਾਹੁੰਦੇ ਸੀਗੇ ਕਿ ਅਗਰ ਤੁਸੀਂ ਸਾਡੇ ਕੰਟਰੋਲ ਤੋਂ ਬਾਹਰ ਹੋਣ ਦੀ ਕੋਸ਼ਿਸ਼ ਕਰੋਗੇ ਤੇ ਤੁਹਾਨੂੰ ਬਾਹਰ ਦਾ ਰਸਤਾ ਕਿੱਦਾਂ ਦਿਖਾਇਆ ਜਾਂਦਾ ਹੈ। ਉਹਦੇ ਵਾਸਤੇ ਬਾਰ-ਬਾਰ ਜਿਹੜੀ ਗੱਲ ਆਉਂਦੀ ਸੀ ਕਿ ਹਾਈ ਕਮਾਨ ਬੜੀ ਵੀਕ ਹੈਗੀ ਹੈ, ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੋਈ ਡਿਸੀਜਨ ਨਹੀਂ ਲੈ ਸਕਦੀ। ਉਹਨਾਂ ਨੇ ਇਸ ਡਿਸੀਜਨ ਨੂੰ ਲੈ ਕੇ ਸਿਰਫ ਆਪਣਾ ਹੋਮਾ ਪੂਰਾ ਕੀਤਾ ਹੈ। ਔਰ ਅੱਜ ਵੀ ਜੇ ਉਹਨਾਂ ਪ੍ਰੋਗਰਾਮਾਂ ਦੇ ਉੱਤੇ, ਉਹਨਾਂ ਪੁਆਇੰਟਸ ਦੇ ਉੱਤੇ ਕੋਈ ਕੰਮ ਨਹੀਂ ਹੋ ਰਿਹਾ ਤੇ ਉਸ ਮੁੱਦੇ ਤੇ ਹਾਈ ਕਮਾਨ ਚੁੱਪ ਹੈ। ਜਿਹੜੀ ਗੱਲ ਹੁਣੇ ਆਪਾਂ ਕਰਕੇ ਹਟੇ ਹਾਂ ਕਿ ਡਰੱਗ ਦੇ ਮੁੱਦੇ ਦੇ ਉੱਤੇ ਇਹ ਨਹੀਂ ਹੋ ਸਕਦਾ ਕਿ ਜਿਹੜੇ MLAs 3 ਮੈਂਬਰੀ ਪੈਨਲ ਨੂੰ ਮਿਲੇ ਸੀਗੇ ਉਹਨਾਂ ਨੇ ਕੋਈ ਗੱਲ ਨਾ ਕੀਤੀ ਹੋਏ।
ਹਰ ਕਰ 2 ਦਿਨ ਰਹਿ ਗਏ ਨੇ ਜਦੋਂ 13 ਅਕਤੂਬਰ ਨੂੰ ਉਸ ਮਾਮਲੇ ਦੀ ਡਰੱਗ ਦੇ ਮਾਮਲੇ ਦੀ ਸੁਣਵਾਈ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈਗੀ ਹੈ। ਪਰ ਹਾਈ ਕਮਾਨ ਦਾ ਡਰੱਗ ਦੇ ਮੁੱਦੇ ਦੇ ਉੱਤੇ ਇਹ ਰੁਖ ਜਿਹੜਾ ਤੁਸੀਂ ਅੱਜ ਉਜਾਗਰ ਕੀਤਾ ਹੈ ਕਿ 18 ਨੁਕਾਤੀ ਪ੍ਰੋਗਰਾਮ ਦੇ ਵਿੱਚ ਤੇ ਡਰੱਗ ਦਾ ਮੁੱਦਾ ਹੈ ਹੀ ਨਹੀਂ। 5 ਨੁਕਾਤੀ ਪ੍ਰੋਗਰਾਮ ਦੇ ਵਿੱਚ ਡਰੱਗ ਦਾ ਮੁੱਦਾ ਸੀਗਾ, ਪਰ ਉਹ ਦਿੱਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ। ਉਹ ਕੈਪਟਨ ਅਮਰਿੰਦਰ ਸਿੰਘ 5 ਨੁਕਾਤੀ ਪ੍ਰੋਗਰਾਮ ਦਾ ਪੇਪਰ ਆਪਣੇ ਨਾਲ ਹੀ ਲੈ ਗਏ। ਹੁਣ ਚੰਨੀ ਉਹਨਾਂ ਦੇ ਸਾਹਮਣੇ ਵੀ ਉਹ 5 ਨੁਕਾਤੀ ਪ੍ਰੋਗਰਾਮ ਦੀ ਗੱਲ ਹੈਗੀ ਹੈ, ਕਿਉਂਕਿ ਜਦ ਪਹਿਲੇ ਦਿਨ ਮੀਟਿੰਗ ਹੋ ਰਹੀ ਸੀ ਕੈਬਨਿਟ ਦੇ ਵਿੱਚ, ਤਦ ਸਿੱਧੂ ਉਹਨਾਂ ਨੇ ਵੀ ਕਿਹਾ ਸੀ 5 ਵਿੱਚੋਂ ਘੱਟ ਤੋਂ ਘੱਟ 4 ਮੁੱਦੇ ਅੱਜ ਹੀ ਸੋਲਵ ਹੋ ਜਾਣਗੇ। ਇਹਦਾ ਮਤਲਬ ਡਰੱਗ ਦਾ ਮੁੱਦਾ ਤੇ ਆਖਰ ਦੇ ਵਿੱਚ ਸਿੱਧੂ ਉਹਨਾਂ ਨੇ ਪਾਇਆ ਸੀਗਾ। ਡਰੱਗ ਦਾ ਮੁੱਦਾ ਕਦੀ ਵੀ ਹਾਈ ਕਮਾਨ ਦੇ ਏਜੰਡੇ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਦੇ ਏਜੰਡੇ ਦੇ ਵਿੱਚ ਕਦੀ ਵੀ ਨਹੀਂ ਸੀ। ਇਹ ਤੇ ਅਸੀਂ ਤੁਸੀਂ ਆਪਣੇ ਪ੍ਰੋਗਰਾਮ ਦੇ ਰਾਹੀਂ ਬਾਰ-ਬਾਰ ਇਸ ਮੁੱਦੇ ਨੂੰ ਉਜਾਗਰ ਕਰਕੇ, ਇਸ ਮੁੱਦੇ ਨੂੰ ਪੰਜਾਬ ਦਾ ਮੁੱਦਾ ਬਣਾ ਕੇ ਜ਼ਰੂਰ ਪੇਸ਼ ਕੀਤਾ। ਔਰ ਹਜੇ ਤੱਕ ਉਸ ਮੁੱਦੇ ਦੇ ਉੱਤੇ ਬੰਦ ਲਿਫਾਫਿਆਂ ਦੇ ਖੁੱਲਣ ਦੀ ਗੱਲ ਜਦ ਵੀ ਹੁੰਦੀ ਹੈ। ਪਰਸੋਂ ਚੌਥ ਵੀ ਤੁਸੀਂ ਇੱਕ ਗੱਲ ਕਹੀ ਸੀ, ਜਿਹੜੇ ਨਵੇਂ ਏਜੀ ਹੈਗੇ ਨੇ ਦਿਓਲ ਸਾਹਿਬ, ਜਦ ਉਹਨਾਂ ਨੂੰ ਬੰਦ ਲਿਫਾਫੇ ਨੂੰ ਖੋਲਣ ਦੀ ਗੱਲ ਕੀਤੀ ਗਈ ਸੀ ਤੇ ਉਹਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਉਹਨਾਂ ਨੇ ਇਹ ਕਿਹਾ ਸੀ ਐਥੀਕਲੀ ਇਹ ਠੀਕ ਨਹੀਂ ਹੈਗਾ, ਕਿਉਂਕਿ ਹਾਈ ਕੋਰਟ ਦੇ ਵਿੱਚ ਜੋ ਮਾਮਲਾ ਪੈਂਡਿੰਗ ਹੈਗਾ, ਉਸ ਮਾਮਲੇ ਦੇ ਵਿੱਚ ਸਰਕਾਰ ਕੁਝ ਕਰੇ ਉਹ ਕੋਈ ਚੰਗੀ ਗੱਲ ਨਹੀਂ ਹੈਗੀ। ਤੇ ਇਸ ਮੁੱਦੇ ਤੇ ਸਾਡਾ ਰਵੱਈਆ ਇਹੀ ਸੀਗਾ, ਐਥੀਕਲ ਅਨਐਥੀਕਲ ਕੀ ਹੁੰਦਾ ਹੈ। ਜਿਸ ਮੁੱਦੇ ਨੂੰ ਕੰਮ ਕਰਨ ਵਾਸਤੇ, ਜਿਸ ਮੁੱਦੇ ਦੇ ਕੰਮ ਕਰਨ ਵਾਸਤੇ ਹਾਈ ਕੋਰਟ ਨੇ ਕੋਈ ਸਟੇ ਨਹੀਂ ਲਾਇਆ, ਔਰ ਤੁਸੀਂ STF ਦੀ ਰਿਪੋਰਟ ਦੇ ਉੱਤੇ ਆਪਣੀ ਐਕਸ਼ਨ ਟੇਕਨ ਰਿਪੋਰਟ ਬੰਦ ਲਿਫਾਫਿਆਂ ਦੇ ਵਿੱਚ ਜੇ ਹਾਈ ਕੋਰਟ ਵਿੱਚ ਦਿੰਦੇ ਹੋ, ਤੇ ਉਹਨੂੰ ਜਨਤਕ ਕਰਨ ਦੇ ਵਿੱਚ ਦਿੱਕਤ ਕੀ ਹੈਗੀ ਹੈ। ਜਾਂ ਤੇ ਤੁਸੀਂ ਕਿਸੇ ਨੂੰ ਕਲੀਨ ਚਿੱਟ ਦਿੱਤੀ ਹੈ, ਜਾਂ ਤੁਸੀਂ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ। ਇਸ ਮੁੱਦੇ ਤੇ ਅੱਗੇ ਕੀ ਚੱਲ ਰਿਹਾ ਹੈ, ਇਸ ਗੱਲ ਨੂੰ ਉਜਾਗਰ ਕਰਨਾ ਪਬਲਿਕ ਵਾਸਤੇ ਵੀ ਜ਼ਰੂਰੀ ਹੈਗਾ ਔਰ ਸਰਕਾਰ ਵਾਸਤੇ ਵੀ ਬਹੁਤ ਜ਼ਰੂਰੀ ਹੈਗਾ ਕਿ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਕਿੰਨੇ ਕੁ ਸੰਵੇਦਨਸ਼ੀਲ ਸਰਕਾਰ ਹੈਗੀ ਹੈ। ਪਰ ਚਲੋ, ਇਹ 18 ਨੁਕਾਤੀ ਪ੍ਰੋਗਰਾਮ ਦੇ ਵਿੱਚ ਇਹ ਗੱਲ ਨਹੀਂ ਸੀ। ਇਸ ਗੱਲ ਦਾ ਖੁਲਾਸਾ ਰੰਧਾਵਾ ਜੀ ਅੱਜ ਤੁਸੀਂ ਪਹਿਲੀ ਵਾਰ ਕੀਤਾ ਹੈ, ਔਰ ਇਸ ਗੱਲ ਤੋਂ ਕਈ ਕਾਂਗਰਸੀਆਂ ਦੀ ਵੀ ਔਰ ਕਈ ਪੋਲੀਟੀਸ਼ੀਅਨਾਂ ਦੀ ਵੀ ਅੱਖਾਂ ਜ਼ਰੂਰ ਖੁੱਲੀ ਹੋਣਗੀਆਂ ਕਿ ਕਈ ਵਾਰ ਜਿੱਦਾਂ ਆਪਾਂ ਕਹਿੰਦੇ ਨਾ, ਹਾਥੀ ਦੇ ਦੰਦ ਦਿਖਾਣ ਦੇ ਹੋਰ ਤੇ ਖਾਣ ਦੇ ਹੋਰ, ਉਹੀ ਚੀਜ਼ ਅੱਜ ਸਾਬਿਤ ਹੋਈ ਹੈ। ਅੱਛਾ, ਮੈਨੂੰ ਕੇਜਰੀਵਾਲ ਸਾਹਿਬ ਦਾ ਦੌਰਾ ਵੀ ਕੁਝ ਦੇਖੋ, ਹਾਲਾਂਕਿ ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਉਹਨਾਂ ਜਥੇਦਾਰ ਮਰਹੂਮ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਨਾਲ ਪਰਿਵਾਰ ਦੇ ਨਾਲ ਅਫਸੋਸ ਕਰਨ ਵੀ ਜਾਣਾ ਹੋਊਗਾ। ਇਹ ਏਜੰਡੇ ਤੇ ਜਿਹੜੀ ਹੁਣ ਤੱਕ ਦੀ ਖਬਰ ਨਿਕਲ ਕੇ ਆ ਰਹੀ ਕਿ ਕੱਲ ਉਹ 3 ਵਜੇ ਉੱਥੇ ਜਾਣਗੇ। ਸ਼ਾਮ ਦਾ ਦੇਵੀ ਤਰਾ ਮੰਦਿਰ ਜਲੰਧਰ ਦੇ ਵਿੱਚ ਉਹਨਾਂ ਦਾ ਮੱਥਾ ਟੇਕਣ ਜਾਣਾ, ਉਹ ਵੀ ਪ੍ਰੋਗਰਾਮ ਪਾਰਟੀ ਨੇ ਅਨਾਉਂਸ ਕਰਤਾ। ਪਰ ਇੱਕ ਖਬਰ ਜਿਹੜੀ ਕੰਨੋ ਕੰਨ ਤੁਰਦੀ ਰਹੀ, ਮੂੰਹ ਤੋਂ ਮੂੰਹ ਤੁਰਦੀ ਰਹੀ, ਸੀਨਾ ਬਸੀਨਾ ਜਿਹਨੂੰ ਕਹਿੰਦੇ, ਉਹ ਸੀਗੀ ਕਿ ਕਿਧਰੇ ਕੋਈ ਵੱਡਾ ਦਾ ਵੀ ਸ਼ਾਮਲ ਹੈ, ਕਿਧਰੇ ਨਵਜੋਤ ਸਿੰਘ ਸਿੱਧੂ ਨਾਲ ਗੁਪਤ ਮੀਟਿੰਗ ਦਾ ਏਜੰਡਾ ਤਾਂ ਨਹੀਂ ਇਸ ਵਾਰੀ। ਇਹ ਵੀ ਸਵਾਲ ਬੜੀ ਤੇਜ਼ੀ ਨਾਲ ਫੈਲਦਾ ਰਿਹਾ, ਕਿਉਂਕਿ ਬੇਸ਼ੱਕ ਨਜ਼ਰ ਸਿੱਧੂ ਕਾਂਗਰਸ 'ਚ ਆ ਰਿਹਾ। ਇੱਕ ਖਬਰ ਇਹ ਵੀ ਫੈਲੀ ਸੀ ਕਿ ਉਹਨਾਂ ਨੇ ਦੁਬਾਰਾ ਅਹੁਦਾ ਸੰਭਾਲ ਲਿਆ। ਹੁਣ ਮੈਨੂੰ ਅਹੁਦਾ ਸੰਭਾਲਣਾ ਛੱਡਿਆ ਕਦੋਂ ਸੀ ਜਿਹੜਾ ਸੰਭਾਲਣਾ ਸੀ, ਕਿਉਂਕਿ ਬਤੌਰ ਕਾਂਗਰਸ ਪ੍ਰੈਜ਼ੀਡੈਂਟ ਲਗਾਤਾਰ ਹੀ ਕਾਰਜਸ਼ੀਲ ਹੀ, ਅੱਜ ਵੀ ਸੀਗੇ, ਪਰਸੋਂ ਵੀ ਸੀਗੇ ਜਦੋਂ ਉੱਥੇ ਗਏ ਲਖੀਮਪੁਰ ਖੀਰੀ 'ਚ। ਖੈਰ, ਇਹ ਬਹੁਤ ਅਹਿਮ ਸਵਾਲ ਆ ਕਿ ਕੀ ਕੇਜਰੀਵਾਲ ਕਿਸੇ ਗੁਪਤ ਮਿਸ਼ਨ ਤੇ ਵੀ ਨੇ, ਉਹ ਰਾਤ ਇੱਥੇ ਸਟੇ ਕਰ ਰਹੇ ਆ, ਉਹ ਰਾਤ ਬਰਾਤੇ ਕਿਤੇ ਤੰਗ ਗਲੀਆਂ 'ਚ ਵੀ ਜਾ ਸਕਦੇ ਆ, ਜਾਂ ਦਿਨ ਦੇ ਚਿੱਟੇ ਚਾਨਣ ਦੇ ਵਿੱਚ ਵੀ ਕਿਧਰੇ ਰਸਮੀ ਮੁਲਾਕਾਤ ਹੋ ਸਕਦੀ। ਇਹ ਸਵਾਲ ਨੇ, ਇਹ ਸਵਾਲ ਦੇਖੋ ਕਿਹੜੇ ਰੁਖ ਬੈਠਦੇ ਆ, ਕਿਉਂਕਿ ਇੱਕ ਜਿਹੜਾ ਸੀ ਵੋਟਰ ਦਾ ਸਰਵੇ ਸੀ ਉਹਨੇ ਨੰਬਰ 1 ਤੇ ਵੀ ਦਿਖਾਇਆ। ਬੜੇ ਲੋਕਾਂ ਦੇ ਮਨ ਵੀ ਬਦਲਦੇ ਹੋਣੇ ਆ ਕਿ ਯਾਰ ਅੱਛਾ, ਪੰਜਾਬੀਆਂ ਦਾ ਇੱਕ ਵੀ ਸੁਭਾਅ ਆ, ਜਿਹਦੀ ਸਰਕਾਰ ਆ ਗਈ ਰੌਲਾ ਪੈਂਦਾ ਉਧਰ ਨੂੰ ਹੋ ਤੁਰਦੇ ਸਾਰੇ। ਫਿਰ ਤਾਂ ਇਸ ਤਰੀਕੇ ਨਾਲ ਗਲਾਂ ਦੇ ਵਿੱਚ ਉਹਨਾਂ ਦੇ ਜਿਹੜੇ ਪਾਰਟੀਆਂ ਦੇ ਨਿਸ਼ਾਨ ਪੈਣੇ ਸ਼ੁਰੂ ਹੋ ਜਾਂਦੇ ਆ ਕਿ ਸਮਝ ਹੀ ਨਹੀਂ ਆਉਂਦੀ ਕਿ ਹਵਾ ਦਾ ਰੁਖ ਕਿੰਨੀ ਤੇਜ਼ੀ ਨਾਲ ਬਦਲਿਆ। ਕੇਜਰੀਵਾਲ ਦਾ ਦੌਰਾ ਹੋ ਰਿਹਾ, ਲੇਕਿਨ ਸਿੱਧੂ ਲਈ ਵੀ ਇੱਕ ਔਖੀ ਖਬਰ ਜੀ, ਕਨਸੋਜ ਜੀ ਆਉਂਦੀ ਰਹੀ ਹੈ ਕਿ ਜਦੋਂ ਰੌਲਾ ਇਸ ਵਾਰੀ ਅਸਤੀਫੇ ਦਾ ਪਿਆ ਤੇ ਹਾਈ ਕਮਾਂਡ ਨੂੰ ਪਾਵਰਫੁਲ ਧੜਿਆਂ ਨੇ, 2 ਪਾਵਰਫੁਲ ਧੜਿਆਂ ਨੇ ਪੰਜਾਬ 'ਚੋਂ ਕਿਹਾ ਸੀ ਕਿ ਮੁਕਾਓ ਜੀ ਕੰਮ, ਛੱਡੋ ਹੁਣ। ਪਰ ਅਜੇ ਗੱਲ ਅੜੀ ਪਈ ਆ, ਕਦੋਂ ਤੱਕ ਇਹ ਸਿੰਘ ਇਵੇਂ ਹੀ ਫਸ ਕੇ ਨਿਕਲ ਚੱਲਦੇ ਆ, ਜਾਂ ਕੋਈ ਛਡਾ ਕੇ ਭੱਜ ਜਾਂਦਾ ਜਾਂ ਤੁੜਾ ਕੇ ਭੱਜ ਜਾਂਦਾ, ਜਾਂਦੇ ਟਿੱਪਣੀ। ਰੰਧਾਵਾ ਜੀ, ਜਦ ਆਪਾਂ ਗੱਲ ਕਰਦੇ ਹਾਂ ਵੀ ਸਿੱਧੂ ਦੇ ਅਸਤੀਫੇ ਦੀ, ਅਸਤੀਫੇ ਤੋਂ ਬਾਅਦ ਖਬਰਾਂ ਚੱਲੀਆਂ ਹਾਈ ਕਮਾਂਡ ਨਾਰਾਜ਼ ਹੈ, ਕਦੀ ਵੀ ਉਹਦਾ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਹੈ। ਫਿਰ ਅੱਜ ਜਿਹੜੀ ਖਬਰ ਨਿਕਲ ਕੇ ਆਈ ਕਿ ਵੀ ਨਹੀਂ, ਸਿੱਧੂ ਉਹਨਾਂ ਨੇ ਆਪਣਾ ਜਿਹੜਾ ਦਫ਼ਤਰ ਹੈਗਾ ਜਾਂ ਆਪਣੀ ਪੋਸਟ ਨੂੰ ਦੁਬਾਰਾ ਉਸ 'ਤੇ ਜੁਆਇਨ ਕਰ ਲਿਆ। ਇਹਦਾ ਕੋਈ ਪੁਖਤਾ ਸਬੂਤ ਨਹੀਂ ਹੈ, ਨਾ ਤੇ PPCC ਨੇ ਕੋਈ ਪ੍ਰੈਸ ਨੋਟ ਕੱਢਿਆ ਕਿ ਜੀ ਸਿੱਧੂ ਸਾਹਿਬ ਵਾਪਸ ਆ ਗਏ,
ਨਾ ਹਾਈਕਮਾਨ ਵੱਲੋਂ ਕੋਈ ਐਦਾਂ ਦੀ ਅਨਾਉਂਸਮੈਂਟ ਹੋਈ ਕਿ ਸਿੱਧੂ ਦਾ ਜੀ ਅਸਤੀਫਾ ਰਿਜੈਕਟ ਹੋ ਗਿਆ, ਨਾ ਹੀ ਸਿੱਧੂ ਨੇ ਆਪਣਾ ਅਸਤੀਫਾ ਵਾਪਸ ਲਿੱਤਾ। ਜੀ ਐਦਾਂ ਦੀ ਗੱਲਾਂ ਦੇ ਵਿੱਚ ਕੇਜਰੀਵਾਲ ਉਹਨਾਂ ਦਾ ਜਲੰਧਰ ਆਣਾ, 2 ਦਿਨ ਜਲੰਧਰ ਰੁਕਣਾ, ਕੱਲ ਦਾ ਉਹਨਾਂ ਦਾ ਪ੍ਰੋਗਰਾਮ ਜਿਹੜਾ ਉਡੀਕਿਆ ਗਿਆ ਉਹ ਤੁਸੀਂ ਦੱਸ ਹੀ ਦਿੱਤਾ। ਬਾਠ ਜੀ ਕੈਸਲ ਇੱਥੇ ਇੱਕ ਹੈਗਾ, ਉੱਥੇ ਉਹਨਾਂ ਨੇ ਇੰਡਸਟਰੀਲਿਸਟਾਂ ਨਾਲ ਔਰ ਹੋਰ ਮੀਟਿੰਗਾਂ ਕਰਨੀ ਹੈ। ਜੀ ਇਸ ਦੌਰੇ ਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਉਹਨਾਂ ਦੀ ਮਿਲਣ ਦੀ ਗੱਲ ਜਿਹੜੀ ਤੁਸੀਂ ਹੁਣੇ ਕੀਤੀ ਹੈ, ਇਹ ਹੋ ਸਕਦੀ ਹੈ, ਕਾਰਨ ਸਿੱਧੂ ਉਹਨਾਂ ਵੀ ਕੋਈ ਬਹੁਤਾ ਚੰਗਾ ਫੀਲ ਨਹੀਂ ਕਰ ਰਹੇ। ਜਿਹੜੀ ਉਹਨਾਂ ਦੀ ਗਾਲ ਉੱਥੋਂ ਨਿਕਲੀ ਸੀਗੀ ਉਹ ਕਿਸੇ ਨਾ ਕਿਸੇ ਜਗ੍ਹਾ ਦਿਲੋਂ ਨਿਕਲੀ ਸੀਗੀ। ਜਦ ਅਸੀਂ ਤੁਸੀਂ ਵੀ ਕਿਸੇ ਆਪਣੇ ਨਿੱਜੀ ਪ੍ਰੋਗਰਾਮ ਦੇ ਵਿੱਚ ਨਿੱਜੀ ਮਿੱਤਰਾਂ ਦੇ ਨਾਲ ਬੈਠਦੇ ਹੋ ਤੇ ਤੁਹਾਡੇ ਅੰਦਰੋਂ ਗੱਲਾਂ ਨਿਕਲਦੀਆਂ, ਪਰ ਅਸੀਂ ਉਹਨੂੰ ਕੰਡੈਮ ਕਰਦੇ ਆ। ਅਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ, ਇਸ ਤਰ੍ਹਾਂ ਦੀ ਭਾਸ਼ਾ ਨੂੰ ਪੰਜਾਬ ਉਹਨੂੰ ਕੰਡੈਮ ਕਰਦਾ ਹੈ, ਜੀ ਪੂਰਾ ਪੰਜਾਬ ਉਹਨੂੰ ਕੰਡੈਮ ਕਰਦਾ ਹੈ, ਕਿਉਂਕਿ ਜਦ ਤੁਸੀਂ ਇਦਾਂ ਦੀ ਗੱਲ ਕਿਸੇ ਦੇ ਬਾਰੇ 'ਚ ਵੀ ਕਹਿੰਦੇ ਹੋ ਔਰ ਉਹ ਗੱਲ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਂਦੀ ਹੈ ਤੇ ਉਹ ਗੱਲ ਹਮੇਸ਼ਾ ਗਲਤ ਹੀ ਹੁੰਦੀ ਹੈ। ਪਰ ਦੂਜੇ ਪਾਸੇ ਜਿਹੜੀ ਸਫੋਕੇਸ਼ਨ ਨਵਜੋਤ ਸਿੰਘ ਸਿੱਧੂ ਉਹਨਾਂ ਹੁਣ ਕਾਂਗਰਸ ਦੇ ਵਿੱਚ ਮਹਿਸੂਸ ਕਰ ਰਹੇ ਨੇ, ਉਹਨੂੰ ਜਰਾ ਤੁਸੀਂ ਵੀ ਮਹਿਸੂਸ ਕਰਕੇ ਦੇਖੋ। ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਜਾਣਾ ਕੋਈ ਸੌਖਾ ਕੰਮ ਨਹੀਂ ਸੀਗਾ। ਉਹਦਾ ਬਹਾਨਾ ਬਣਾਇਆ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਵਾਸਤੇ ਨਵਜੋਤ ਸਿੰਘ ਸਿੱਧੂ। ਫਿਰ ਜਦ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਵਾਰੀ ਆਉਂਦੀ ਹੈ ਤੇ ਕਿਹਾ ਜਾਂਦਾ ਹੈ ਵੀ 2.5-3 ਮਹੀਨੇ ਦੀ ਸਰਕਾਰ ਹੋਰ ਬਚੀ ਹੈ, ਹਜੇ ਆਪਾਂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੇਸਟ ਨਹੀਂ ਕਰਨਾ, ਨਵੰਬਰ ਵਿੱਚ ਜਾ ਕੇ ਉਹਨਾਂ ਨੂੰ ਪ੍ਰੋਜੈਕਟ ਕਰਾਂਗੇ। ਫਿਰ ਗੱਲ ਆਉਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਅਗਲੇ 2022 ਦੇ ਵਿੱਚ ਬਤੌਰ ਸੀਐਮ ਪ੍ਰੋਜੈਕਟ ਕੀਤੇ ਜਾਣਗੇ ਜਾਂ ਨਹੀਂ ਕੀਤੇ ਜਾਣਗੇ। ਇੱਕ ਜਿਹੜੇ ਸ਼ਡਿਊਲ ਕਾਸਟ ਮੁੱਖ ਮੰਤਰੀ ਨੂੰ ਕਿੱਦਾਂ ਲਾਇਆ ਜਾ ਸਕਦਾ ਹੈ ਜਾਂ ਅੱਗੇ ਵੀ ਉਹਨਾਂ ਨੂੰ ਪ੍ਰੋਜੈਕਟ ਕਰਨਾ ਉਹ ਕਾਂਗਰਸ ਦੀ ਮਜਬੂਰੀ ਵੀ ਬਣ ਸਕਦਾ ਹੈ। ਇੱਦਾਂ ਦੇ ਹਾਲਾਤ ਦੇ ਵਿੱਚ ਜਦ ਕਾਂਗਰਸ ਡਿਵਾਈਡਡ ਹਾਊਸ ਨਜ਼ਰ ਆਉਂਦੀ ਹੈ, ਜਿਹੜੇ ਸੁਖੀ ਰੰਧਾਵਾ ਬੜੇ ਕਲੋਜ਼ ਹੁੰਦੇ ਸੀਗੇ ਕੈਪਟਨ ਨਵਜੋਤ ਸਿੰਘ ਸਿੱਧੂ ਉਹਨਾਂ ਦੇ, ਉਹ ਅੱਜ ਦੀ ਡੇਟ 'ਚ ਇੱਕ ਫਰੇਮ ਵਿੱਚ ਨਜ਼ਰ ਨਹੀਂ ਆਉਂਦੇ। ਚੰਨੀ ਉਹਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਜਿਹੜੀ ਯਾਰੀਆਂ ਹੁੰਦੀ ਸੀ, ਜਿਹੜੇ ਇੱਕ ਦੂਜੇ ਨੂੰ ਬਾਈ ਬਾਈ ਕਹਿ ਕੇ ਬੁਲਾਉਂਦੇ ਸੀਗੇ, ਉਹ ਵੀ ਹੁਣ ਨਜ਼ਰ ਨਹੀਂ ਆ ਰਿਹਾ। ਇੱਦਾਂ ਦੇ ਹਾਲਾਤ ਵਿੱਚ ਜੇ ਨਵਜੋਤ ਸਿੰਘ ਸਿੱਧੂ ਵੱਖਰੀ ਰਾਜਨੀਤੀ ਅਪਣਾਉਂਦੇ ਨੇ ਤੇ ਕੋਈ ਵੱਡੀ ਗੱਲ ਨਹੀਂ ਹੋਏਗੀ। ਉਹਨਾਂ ਦੇ ਕੋਲ ਬਹਾਨਾ ਵੀ ਹੋਏਗਾ ਕਿ ਕਾਂਗਰਸ ਉਸ ਲਈ ਤੇ ਹੀ ਚੱਲ ਰਹੀ ਹੈ ਜਿਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਚੱਲ ਰਹੇ ਸੀਗੇ, ਕਿਉਂਕਿ ਚੰਨੀ ਸਰਕਾਰ ਨੇ ਹਜੇ ਤੱਕ ਇੱਦਾਂ ਦਾ ਕੰਮ ਕੁਝ ਨਹੀਂ ਕੀਤਾ ਜਿਸ ਤਰੀਕੇ ਨਾਲ ਜਿਹਦੇ ਦੁਆਰਾ ਆਪਾਂ ਇਹ ਗੱਲ ਕਹਿ ਸਕੀਏ ਕਿ ਬਾਦਲਾਂ ਦੇ ਨਾਲ ਰਲੇ ਹੋਏ ਐਲੀਗੇਸ਼ਨ ਤੋਂ ਬਾਅਦ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਾ ਪੈਂਦਾ ਹੈ ਤੇ ਉਹਨਾਂ ਦੇ ਜਾਣ ਤੋਂ ਬਾਅਦ ਨਵੀਂ ਸਰਕਾਰ ਉਹਨਾਂ ਮੁੱਦਿਆਂ ਦੇ ਉੱਤੇ, ਜਿਨ੍ਹਾਂ ਮੁੱਦਿਆਂ ਦੇ ਉੱਤੇ ਕੈਪਟਨ ਸਰਕਾਰ ਨੇ ਡੱਕਾ ਨਹੀਂ ਤੋਰਿਆ, ਉਹ ਮੁਕੰਮਲ ਰੂਪ ਨਾਲ ਪੂਰੇ ਕੀਤੇ। ਇੱਕ ਵੀ ਕੋਈ ਕੰਮ ਇੱਦਾਂ ਦਾ ਨਹੀਂ ਹੋਇਆ। ਇੱਦਾਂ ਦੇ ਹਾਲਾਤ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਪਰੇਸ਼ਾਨ ਹੋਣਾ ਜਾਇਜ਼ ਹੈ ਔਰ ਉਸ ਪਰੇਸ਼ਾਨੀ ਦੇ ਵਿੱਚ ਇੱਕ ਤੇ ਉਹਨਾਂ ਨੇ ਗਾਲ ਕੱਢਤੀ ਸੀਗੀ, ਦੂਜੀ ਪਰੇਸ਼ਾਨੀ ਦੇ ਵਿੱਚ ਕੁਝ ਇੱਦਾਂ ਦਾ ਫੈਸਲਾ ਵੀ ਕਰ ਸਕਦੇ ਨੇ ਜਿਹੜਾ ਇੱਕ ਵਾਰ ਹੋਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਭੁਚਾਲ ਲਿਆ ਸਕਦਾ। ਬਿਲਕੁਲ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।